AIPL ਤੁਹਾਡਾ ਵੀ ਜੀ ਆਇਆਂ ਨੂੰ ਹੈ ਜੀ। ਔਰ ਸਾਡੇ ਨਾਲ ਤਰਨਿੰਦਰ ਸਿੰਘ ਜੀ ਨੇ CEO ਪ੍ਰਾਈਵੇਟ ਲਿਮਟਿਡ ਦੇ ਨੇ, ਤੁਹਾਡਾ ਵੀ ਇਸਤਕਬਾਲ ਹੈ ਜੀ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਖਾਸ ਤੌਰ ਤੇ ਸਭ ਤੋਂ ਪਹਿਲਾਂ ਉਮੰਗ ਜਿੰਦਲ ਜੀ ਨਾਲ ਮੇਰਾ ਸਵਾਲ ਹੈ। ਸੋ ਕਾਫੀ ਤੁਹਾਡਾ ਬ੍ਰੌਡ ਏਰੀਆ ਜਿਸ ਦੇ ਤਹਿਤ ਤੁਸੀਂ ਡਿਵੈਲਪਮੈਂਟ ਕੀਤੀ ਹੈ ਮੋਹਾਲੀ ਦੇ ਵਿੱਚ, ਕੀ ਕੁਝ ਅਗਲੇ ਪਲਾਨ ਨੇ ਹੁਣ ਤੁਹਾਡੇ ਲੋਕ ਜਾਣਨਾ ਚਾਹੁੰਦੇ ਨੇ ਕਿਉਂਕਿ ਕਾਫੀ ਵੱਡੇ ਪੱਧਰ ਤੇ ਤੁਸੀਂ ਆਲਰੇਡੀ ਕਾਫੀ ਪਲੈਨਿੰਗ ਕਰ ਚੁੱਕੇ ਹੋ। ਅਸੀਂ ਇਸ ਟਾਈਮ ਟਰਾਈ ਸਿਟੀ ਦੀ ਮਾਰਕੀਟ ਇਜ਼ ਅ ਵੈਰੀ ਇਮਰਜਿੰਗ ਮਾਰਕੀਟ ਟੁਡੇ। ਇਟ ਇਜ਼ ਮਤਲਬ ਇਸ ਮਾਰਕੀਟ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਬਾਕੀ ਪੂਰੇ ਪੰਜਾਬ 'ਚ, ਬਾਕੀ ਪੂਰੇ ਹਰਿਆਣਾ 'ਚ, ਬਾਕੀ ਪੂਰੇ ਮਤਲਬ ਇਹ ਇੰਡੀਪੈਂਡੈਂਟ ਮਾਰਕੀਟ ਹੈ। ਜਿਵੇਂ ਸਾਡੀ ਦਿੱਲੀ NCR ਦੀ ਮਾਰਕੀਟ ਜਾਣੀ ਜਾਂਦੀ ਹੈ, ਉਵੇਂ ਅੱਜ ਜਿਹੜੇ 'ਚ ਮੁੱਲਾਪੁਰ, ਮੋਹਾਲੀ, ਪੰਚਕੂਲਾ, ਚੰਡੀਗੜ੍ਹ ਇੱਕ ਇੰਡੀਪੈਂਡੈਂਟ ਮਾਰਕੀਟ ਬਣੀ ਹੋਈ ਹੈ। ਤੇ ਇਹਦੇ 'ਚ ਇੰਨੀ ਵੱਡੀ ਮਾਈਗ੍ਰੇਸ਼ਨ ਹੋ ਰਹੀ ਹੈ ਜਸਟ ਬਿਕੋਜ਼ ਆਫ lot of IT companies coming in today. And people from places like Sangrur, Govindgarh या पंजाब जी मंडीज हैं, उतों सारे Chandigarh is not affordable. उतों सारे लोग they want to come near to Chandigarh, so the only option they have is either Mullapur, either they go to Zirakpur, either Mohali or either Panchkula. तो इस चीज़ ਨੂੰ ਅੱਜ ਅਸੀਂ cater ਕਰਨ ਲਈ there's a lot of good real estate happening today. जी. And still we consider that Tri-City ने अरे real estate देखा नहीं है. It is still a virgin territory. There's a lot of high-rise to happen. There's a lot of development to happen. Our roads and all, our infrastructure is really well planned. 2040 ਦੇ ਫਿਊਚਰ ਦੇ ਹਿਸਾਬ ਨਾਲ ਸਾਡੀ ਸੜਕਾਂ ਅੱਜ ਵੀ ਦੇਖੋ ਮੋਹਾਲੀ ਦੀ ਬਹੁਤ ਅੱਛੇ ਤਰੀਕੇ ਨਾਲ ਪਲਾਨਡ ਹੈ। ਬਟ ਇਨ ਸਭ ਨੂੰ ਕੇਟਰ ਕਰਨ ਲਈ ਦੀ ਜਿੰਨਾ ਅਸੀਂ ਜਿੰਨੀ ਪੋਪੂਲੇਸ਼ਨ ਵੱਧ ਰਹੀ ਹੈ, ਜਿੰਨੀ ਮਾਈਗ੍ਰੇਸ਼ਨ ਹੋ ਰਹੀ ਹੈ, ਇਹਦੇ ਲਈ ਬਹੁਤ ਰੀਅਲ ਏਸਟੇਟ ਹਲੇ ਲੋੜ ਹੈ ਇਸ ਟਰਾਈ ਸਿਟੀ ਨੂੰ। ਉਸ ਚੀਜ਼ ਨੂੰ ਕੇਟਰ ਕਰਨ ਲਈ ਅਸੀਂ ਹਾਈ ਰਾਈਜ਼ ਫਲੈਟਸ ਲੈ ਕੇ ਆਏ ਹਾਂ। ਕਮਰਸ਼ੀਅਲ estate 'ਚ CP67 ਇੱਕ ਨਵਾਂ ਸ਼ਾਪਿੰਗ ਮਾਲ ਮੋਹਾਲੀ ਦੇ ਡਾਊਨਟਾਊਨ ਦੇ ਵਿੱਚ ਲੈ ਕੇ ਆਏ ਹਾਂ ਅਸੀਂ। ਤੇ ਔਰ ਵੀ ਕੇਟਰ ਕਰਨ ਲਈ ਜਿਵੇਂ ਅੱਜ ਦੇ ਟਾਈਮ ਕੋਈ ਲਗਜ਼ਰੀ ਰਿਟੇਲ ਅਵੇਲੇਬਲ ਨਹੀਂ ਹੈ, ਅੱਜ ਕਿਸੇ ਨੇ ਬਰਬਰੀ ਲੈਣਾ ਹੈ, ਕਿਸੇ ਨੇ ਰੈਲਫ ਲੌਰਨ ਲੈਣਾ ਹੈ, ਇਹ ਸਭ ਲਈ ਲੋਕਾਂ ਨੂੰ ਦਿੱਲੀ ਜਾਣਾ ਪੈਂਦਾ ਹੈ, ਬੰਬੇ, ਬੈਂਗਲੌਰ ਜਾਂ ਆਊਟ ਆਫ ਇੰਡੀਆ ਜਾਣਾ ਪੈਂਦਾ ਹੈ। ਉਸ ਚੀਜ਼ ਨੂੰ ਕੇਟਰ ਕਰਨ ਲਈ ਅਸੀਂ another 2-3 months ਵੀ ਅਨਾਉਂਸਮੈਂਟ ਕਰਨ ਲੱਗੇ ਹਾਂ। ਸਾਡਾ ਨਵਾਂ ਜਿਹੜਾ ਸ਼ਾਪਿੰਗ ਮਾਲ ਲਗਜ਼ਰੀ ਆਉਣ ਲੱਗਿਆ। ਉਮੰਗ ਜਿੰਦਲ ਜੀ, ਤੁਸੀਂ ਮੈਂਸ਼ਨ ਕੀਤਾ CP67 ਮਾਲ ਦਾ। ਇਸ ਸਮੇਂ ਅਸੀਂ ਕਹਿੰਦੇ ਹਾਂ ਹਾਰਟ ਆਫ ਦਾ ਸਿਟੀ ਦੇ ਵਿੱਚ ਬਣੀ ਹੋਈ ਹੈ ਜੋ CP67 ਮਾਲ ਹੈ। ਬਟ ਜਦੋਂ ਸ਼ੁਰੂਆਤ ਕੀਤੀ ਸੀ CP67 ਮਾਲ ਦੀ, ਐਲਾਂਟੇ ਸਭ ਤੋਂ ਵੱਡਾ ਕੰਪੀਟੀਸ਼ਨ ਸੀ। ਸ਼ੁਰੂਆਤ ਕਰਦੇ ਵੇਲੇ ਕਿਤੇ ਡਰ ਨਹੀਂ ਲੱਗਿਆ ਕਿ CP67 ਸ਼ੁਰੂ ਤਾਂ ਕਰ ਰਹੇ ਹਾਂ ਬਟ ਕਿਤੇ ਨਾ ਕਿਤੇ ਐਲਾਂਟੇ ਜੋ ਹੈ ਲੋਕਾਂ ਦਾ ਪਸੰਦੀਦਾ, ਉਹ ਸਾਨੂੰ ਕਿਤੇ ਨਾ ਕਿਤੇ ਮਾਤ ਦੇ ਸਕਦਾ ਹੈ ਜਾਂ ਫਿਰ ਸਾਡਾ ਕਿਤੇ ਨਾ ਕਿਤੇ ਨੁਕਸਾਨ, ਫਾਇਦੇ ਤੋਂ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਐਲਾਂਟੇ ਦੇ ਹੋਣ ਦੇ ਨਾਲ? ਚੈਲੰਜ ਲੱਗਦਾ ਹੈ ਐਲਾਂਟੇ? ਕਿਸੇ ਦੀ ਵੀ ਸਕਸੈਸ ਸਟੋਰੀ ਤੋਂ ਨਾ ਦੋ ਚੀਜ਼ਾਂ ਹੈ। ਅਸੀਂ ਉਹਨੂੰ ਐਜ਼ ਐਨ ਓਪਰਚੁਨਿਟੀ ਟਰੀਟ ਕੀਤਾ ਕਿ ਇਟ ਵਾਸ ਓਨਲੀ ਐਲਾਂਟੇ ਇਨ ਇੰਟਾਇਰ ਟਰਾਈ ਸਿਟੀ ਜਿਹੜਾ 50 ਤੋਂ 60 ਹਜ਼ਾਰ ਲੋਕਾਂ ਦਾ ਵਾਕ ਇਨ ਕੇਟਰ ਕਰ ਰਿਹਾ ਸੀ। ਤੇ ਉਸ ਚੀਜ਼ ਨੂੰ ਐਜ਼ ਐਨ ਓਪਰਚੁਨਿਟੀ ਦੇਖਦੇ ਹੋਏ ਦੋ ਉਹਦਾ ਜਿਹੜਾ ਸਕੇਲ ਹੈ ਉਹਨੂੰ ਅਸੀਂ ਆਪਣਾ ਥ੍ਰੈਟ ਵੀ ਮੰਨਿਆ। ਪਰ ਇੰਨਾ ਵੱਡਾ ਗੈਪ ਸੀ ਇਸ ਰਿਟੇਲ ਇੰਡਸਟਰੀ ਵਿੱਚ। ਦੇਰ ਵਾਜ਼ ਨੋ ਆਰਗੇਨਾਈਜ਼ਡ ਰਿਟੇਲ ਅਵੇਲੇਬਲ ਇਨ ਮੋਹਾਲੀ ਇਟਸੈਲਫ। ਮਤਲਬ ਤੁਸੀਂ ਕੋਈ ਵੀ ਆਰਗੇਨਾਈਜ਼ ਇੱਕ ਵੱਡਾ ਸ਼ਾਪਿੰਗ ਮਾਲ ਮੋਹਾਲੀ ਦੇ ਸੈਂਟਰ ਵਿੱਚ ਨਹੀਂ ਸੀਗਾ ਤਾਂ ਖਰੜ ਸੀ ਜਾਂ ਇੱਕ ਨੈਕਸਟ ਕਾਰਨਰ ਸੀ ਸਾਡਾ ਐਲਾਂਟੇ। ਤੋ ਉਸ ਗੈਪ ਨੂੰ ਦੇਖਦੇ ਹੋਏ ਅਸੀਂ CP ਨੂੰ ਲੈ ਕੇ ਆਏ। And if you look at the interiors, if you look at the sense of arrival, and if you look at the amenities, Elante is I think a 15-16-year-old mall, wherein if you come to CP today, एकदम नवी development हुई है। Youngsters साढ़े वर्गे ने उसके ऊपर काम किया है। अगर साढ़ा focus है, मतलब एक किसी ਨੂੰ ਕਾਰ ਵੀ ਪਿਕਅਪ ਕਰਾਣੀ ਹੈ, ਕਿਸੇ ਲੇਡੀ ਨੇ ਕਰੇ ਸ਼ਾਪਿੰਗ ਵੀ ਕਰਨੀ ਹੈ, ਅਸੀਂ ਇੰਨੀ ਫੈਸਿਲਿਟੀ ਦੇ ਰਹੇ ਹਾਂ ਕਿ ਅਸੀਂ ਉਹਦੇ ਲਈ ਵਹੀਕਲ ਵੀ ਕਰੇ ਭੇਜ ਰਹੇ ਹਾਂ। ਮਤਲਬ ਇੰਨੀ ਐਡੀਸ਼ਨਲ ਫੈਸਿਲਿਟੀਜ਼। ਇੱਕ ਪਲੈਟੀਨਮ, ਕੋਈ ਜ਼ਿਆਦਾ ਸ਼ਾਪਿੰਗ ਕਰਦਾ ਅਸੀਂ ਉਹਨੂੰ ਪਲੈਟੀਨਮ ਕਾਰਡ ਦਿੰਦੇ ਹਾਂ। ਇੱਕ ਨਵੀਂ ਵੈਲੇ ਪਾਰਕਿੰਗ ਹੈ। ਮਤਲਬ ਬਹੁਤ ਸਾਰੀ ਨਵੀਂ ਚੀਜ਼ਾਂ ਹੈ ਜਿਸ ਨਾਲ ਇੱਕ ਪਰਸਨਲਾਈਜ਼ ਸ਼ਾਪਿੰਗ ਬੰਦੇ ਨੂੰ ਲੱਗੇ, ਉਹ CP ਅਸੀਂ ਦਿੱਤਾ ਹੈ। ਸਭ ਤੋਂ ਵੱਡਾ ਸਵਾਲ ਇਹੀ ਹੁੰਦਾ ਹੈ ਕਿ ਇੱਕ ਬਿਲਡਰ ਨੂੰ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਇੱਕ ਟਰਸਟ ਬਣਾ ਕੇ ਰੱਖਣਾ ਆਪਣੇ ਜੋ ਰਿਟੇਲਰਸ ਨੇ, ਜੋ ਕਸਟਮਰਸ ਨੇ। ਤੇ ਲੋਕੀ ਤੁਹਾਡੇ ਕੋਲ ਕਿਉਂ ਆਣ? ਕੀ ਡਿਫਰੈਂਟ ਹੈ ਤੁਹਾਡੇ ਗਰੁੱਪ ਦੇ ਵਿੱਚ? ਦੇਖੋ, trust is the biggest deficit when it comes to real estate today, and this is the biggest opportunity also for a good builder. And major ਜਿਹੜੀ 2-4 ਚੀਜ਼ਾਂ ਕਿਸੇ ਵੀ, I think the first thing ਜੋ ਸਭ ਤੋਂ important ਆਈ that is RERA. If a builder is RERA compliant today, I think that is the biggest certificate, that is the biggest authenticity कि ये builder सही है. But then RERA cannot monitor कि आपकी financial strength कितनी है। Knowing the financial strength of the brand, जिसके बाद आपको सामान लेने की प्लानिंग कर रहे हैं, जिसके बाद आप घर लेने की प्लानिंग कर रहे हैं, आप दुकान लेने की कोशिश कर रहे हैं, उनकी फाइनेंशियल स्ट्रेंथ जानना, उनके ऊपर कितनी लिटिगेशन चल रही हैं, उनके ऊपर बैंक का कितना एक्सपोजर है, ये सारी चीज़ें आज की डेट बड़ी ट्रांसपेरेंट है। एवरीथिंग इज अवेलेबल ओवर द इंटरनेट।
मतलब आपको किसी रियल एस्टेट के सेल्स वाले पे भरोसा करने की जरूरत नहीं है, हमारा तो काम सेल करना है, पर हमारे बैकग्राउंड को जानना कि हमारे बैंक में क्या बैलेंस है, हमने बाहर से क्या पैसा उठाया हुआ, हमने बैंक से क्या पैसा उठाया हुआ है, हमारा टाइटल हमारे पास है या नहीं है, या हमारा वो टाइटल भी किसी मोर्गेज पड़ा है, एंड हम लोगों की पुरानी डिलीवरी का रिकॉर्ड क्या रहा है, एंड हमारे जो पुराने कस्टमर्स हैं उन लोगों से मिलके हमारे बारे में जानना। आई थिंक ये 4-5 चीजें हैं जो कि एक क्लाइंट अगर थोड़ा सा मेहनत कर ले अपने 1 करोड़ 2 करोड़ पे खर्चने से पहले, तो आई डोंट थिंक उसके साथ कभी धोखा होगा। जी। सो दिस इज द बिगेस्ट स्ट्रेंथ टुडे। ਜੀ ਬਿਲਕੁਲ। ਪਹਿਲੇ ਵੀ ਮੈਂ ਇੱਕ ਸਵਾਲ ਤੁਹਾਡੇ ਤੋਂ ਪੁੱਛਿਆ ਸੀ ਕਿ ਐਲਾਂਟੇ ਤੋਂ ਲੈ ਕੇ ਕਿ CP67 ਜੋ ਹੈ ਐਲਾਂਟੇ ਤੋਂ ਕਿਸ ਤਰੀਕੇ ਦੇ ਨਾਲ ਤੁਹਾਨੂੰ ਚੈਲੰਜਸ ਦਾ ਲੱਗਿਆ, ਬਟ ਮੈਂ ਇਹ ਜ਼ਰੂਰ ਪੁੱਛਣਾ ਚਾਹੂੰਗੀ ਤੁਹਾਨੂੰ ਕਿ ਐਲਾਂਟੇ ਦੇ ਵਿੱਚ ਕੀ ਕੁਝ ਨਹੀਂ ਹੈ ਜੋ CP67 ਆਫਰ ਕਰ ਰਿਹਾ ਹੈ ਟਰਾਈ ਸਿਟੀ ਦੇ ਲੋਕਾਂ ਨੂੰ, ਕਿਉਂਕਿ ਇਸ ਸਮੇਂ ਟਾਕ ਆਫ ਦ ਟਾਊਨ ਜੋ ਹੈ CP67 ਮਾਲ ਮੋਹਾਲੀ ਬਣਿਆ ਹੋਇਆ ਹੈ। आई थिंक मेन इट इज दी सेंस ऑफ अराइवल। साढ़े इंटीरियर्स वगैरह तुम देखो सारा टोटली इटालियन फ्लोरिंग वगैरह की हुई है, जो हमारी फूड कोर्ट का जो एक ओवरऑल एक्सपीरियंस है आई डोंट थिंक एनी अदर मॉल इन नॉर्थ इंडिया कैन प्रोवाइड। जो हमने PVR बनाया है, इट हैज़ द मोस्ट एक्सपेंसिव लक्स सिनेमा टुडे। अगर किसी ने भी आज प्राइवेट 30-35 लोगों की सिटिंग में कोई मूवी देखनी है, सो टुडे वी हैव द बेस्ट ऑफ PVR एंड इट इज द फर्स्ट PVR इन नॉर्थ इंडिया टू सर्व वाइन एंड बियर ऑल्सो इनसाइड। एंड देन अगर आप बात करिए ऑफिस स्पेसेस वगैरह अंदर, तो बहुत ही हाई एंड ऑफिस स्पेसेस हमने बनाए हुए हैं। अंदर ही एक हमने 5 स्टार होटल ITC के साथ साइन किया, हमने ITC होटल लेके आ रहे हैं। तो कुछ ऐसी ऐसी चीजें हैं जो कि, एंड जो मेन है जो दुकानें अब खुली हैं, if you look at our collective that we've opened and if you look at the collective that's opened in any other shopping mall, आज हमारे में नया कलेक्टिव बना है। उनका जो इंटीरियर स्पेस है, उनका आप जो जिस तरह से उन्होंने फसाड क्रिएट किया है, या आप सेंस ऑफ अराइवल उन लोगों का है, टोटली एक नया आपको फीलिंग मिलेगा। मतलब अंदर ही शॉपिंग कर रहे हैं, अंदर आपको कॉफी दे रहे हैं, स्टारबक्स की, टिम हॉर्टन्स की कॉफी मिल रही है वाइल शॉपिंग। तो ये छोटी छोटी चीजें हैं जो रिटेल इंडस्ट्री को आज एक एट पार विद एनी फॉरेन रिटेल को हम लोग मॉली में लेके आने की कोशिश कर रहे हैं। ਸੋ ਤੱਕ ਕੀ ਲੱਗਦਾ ਕਿ ਲੋਕ ਜ਼ਿਆਦਾਤਰ ਕਿਸ ਨੂੰ ਚੂਜ਼ ਕਰ ਰਹੇ ਨੇ, ਕਿਉਂਕਿ ਜਿਹੜਾ ਹੈ ਹਰੇਕ ਸ਼ਖਸ ਇਹ ਸਮਝਦਾ ਹੈ ਕਿ ਮੇਰਾ ਘੱਟ ਪੈਸਿਆਂ ਦੇ ਵਿੱਚ ਵਧੀਆ ਇੱਕ ਘਰ ਬਣ ਜਾਵੇ ਜਿਹਦੇ ਵਿੱਚ ਮੈਨੂੰ ਸਾਰੀਆਂ ਸਹੂਲਤਾਂ ਮਿਲ ਜਾਣ। ਇਹ ਜਿਹੜੀ ਸੋਚ ਹੈ ਚੇਂਜ ਹੋਣੀ ਚਾਹੀਦੀ ਹੈ। ਲੋਕਾਂ ਨੂੰ ਲਗਜ਼ਰੀ ਵੀ ਚਾਹੀਦੀ ਹੈ, ਦੈਨ ਦੇ ਵਾਂਟਡ ਐਨ ਅਫੋਰਡੇਬਲ ਪ੍ਰਾਈਸ। ਹਾਂਜੀ, ਅਗਰ ਬਿਲਡਰ ਕੋਲ ਮਾਰਜਿਨ ਹੈ ਤਾਂ ਹੀ ਬਿਲਡਰ ਆਪਣੀ ਉਸ ਮਾਰਜਿਨ ਚੋਂ ਪ੍ਰੋਜੈਕਟ ਨੂੰ ਲਗਜ਼ਰੀ ਚ ਕਨਵਰਟ ਕਰਨ ਦੀ ਕੋਸ਼ਿਸ਼ ਕਰੂਗਾ। ਲਗਜ਼ਰੀ ਡਸਨਟ ਮੀਨ ਤੁਹਾਡੇ ਤੁਸੀਂ ਸਵਿਮਿੰਗ ਪੂਲ ਦੇਤਾ, ਤੁਸੀਂ ਪਾਰਕ ਦੇਤਾ, ਤੁਸੀਂ ਕੈਰਮ ਬੋਰਡ ਖੇਲਣ ਦੀ ਥਾਂ ਦੇਤੀ, ਇਟ ਇਜ਼ ਨਾਟ ਲਗਜ਼ਰੀ। ठीक, लग्जरी का मतलब बहुत कुछ है। मतलब 1 लाख स्क्वायर फुट के क्लब हाउस बनाओ, बिलियर्ड दो, स्नूकर दो, थिएटर बनाओ, अंदर बोलिंग एले बनाओ, बहुत कुछ चीज़ है, पर एक चीज़ वाली मार्जिन चाहिए। इसका मतलब फॉर मी टुडे लग्जरी एक कॉस्ट ते आऊगी। एक ਅਸੀਂ मर्सिडीज लेने जाने हैं, BMW जाने हैं, उन्होंने तो कोई 10 लाख की गड्डी नहीं कड्डी। तो एग्जैक्टली आई वुड रिक्वेस्ट कि अगर बायर ਨੂੰ लग्जरी चाहिए तो पैसे खर्चो। बिल्कुल पैसे खर्च के ਜਿਹੜਾ ਸਹੀ ਜਿਹੜੀ ਚੀਜ਼ ਮਿਲੇ फिर ही चीज़ मिलोगी।